ਘੜੀ ਧਨ ਧਨ ਮੂਰਤ ਪਲਸਾ ਧਨ ਸੁਦਿਨ ਸੰਜੁਗੜਾ ਜਿਤ ਡਿਠਾ ਗੁਰ ਦਰਸਾਰ ਰੂੜੋ ਮਨ ਹਰ ਰੰਗੋ ਲੋੜੈ ਰੂੜੋ ਮਨ ਹਰ ਰੰਗੂ ਲੋੜੈ ਗਾਲੀ ਹਰ ਨਿਹੁ ਨਾ ਹੋਏ ਰਾਉ ਹੋਂ ਟੁੱਟੇਂਦੀ ਦਰਸ਼ਨ ਕਾਰਣਾ ਬੀਤੀ ਬੀਤੀ ਭਿਖਾ ਗੁਰ ਮਿਲ ਭਰਮ ਗਵਾਇਆ ਹੀ ਇਹ ਬੁੱਧ ਪਾਈ ਮੈਂ ਸਾਧੂ ਕੰਨੋਂ ਲਿਖ ਲਿਖਿਓ ਤੁਰ ਮਾਥੈ ਇਹ ਬਿਦ ਪਾਈ ਮੈਂ ਸਾਧੂ ਕੰਨੋਂ ਲਿਖ ਲਿਖਿਓ ਤੁਰ ਮਾਥੈ ਇਹ ਬਿਦ ਨਾਨਕ ਹਰ ਨੈਣ ਅਲੋਏ ਇਹ ਬੁੱਧ ਪਾਈ ਮੈਂ ਸਾਧੂ ਕੰਨੋਂ ਲਿਖ ਲਿਖਿਓ ਤੁਰ ਮਾਥੈ ਇਹ ਬਿਦ ਨਾਨਕ ਹਰ ਨੈਣ ਅਲੋਏ। ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਪਰਮ ਸਨਮਾਨਯੋਗ ਜੁਗੂ ਜੁਗੀ ਅਟਲ ਸ਼ਬਦਾ ਅਵਤਾਰ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰੱਬੀ ਬਾਣੀ ਸਰਵਣ ਕਰ ਰਹੀ ਆਦਰਣੀय ਸਤਿਕਾਰਯੋਗ ਸਾਧ ਸੰਗਤ ਜੀ ਧੰਨ ਭਾਗੀ ਹੋ। ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾਉਂਦੇ ਹੋਏ ਉਦਾਸੀਨ ਡੇਰਾ ਸੰਤ ਬਾਬਾ ਟਹਿਲਦਾਸ ਜੀ ਸਲੇਮ ਟਾਬਰੀ ਲੁਧਿਆਣਾ ਮਹਾਂਪੁਰਸ਼ਾਂ ਦੇ ਤਪੋ ਸਥਾਨ 'ਤੇ ਸਵਾਸਾਂ ਰੂਪੀ ਪੂੰਜੀ ਨੂੰ ਕੀਮਤੀ ਬਣਾਉਂਦੇ ਹੋਏ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੀਤੀ ਗੋਸ਼ਟੇ ਜੋ ਕੀਨੇ ਸੋ ਲਾਗ। ਸਤਿਗੁਰ ਦੀ ਨਿੱਘੀ ਗੋਦ ਅੰਦਰ ਸੱਜ ਕਰਕੇ ਸਾਹਿਬ ਦੀ ਪਾਵਨ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਜਿਹਬਾ ਗੁਨਗੂ ਬਿੰਦ ਭਜੋ ਕਰਨ ਸੁਣੋ ਹਰ ਨਾਮ। ਪਰਮੇਸ਼ਰ ਦੀ ਮਹਿਮਾ ਸਤਿਗੁਰ ਦੀ ਪਾਵਨ ਬਚਨ ਸਰਵਣ ਕਰ ਰਹੇ ਹੋ। ਅੱਜ ਦਾ ਪਾਵਨ ਸ਼ਬਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਸਰੂਪ ਗੁਰੂ ਨਾਨਕ ਤੈ ਜਨਮਤ ਗੁਰਮਤ ਬ੍ਰਹਮ ਪਛਾਣਿ ਜਨਮ ਤੋਂ ਬ੍ਰਹਮ ਗਿਆਨੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ। ਸਾਧ ਸੰਗਤ ਜੀ ਪ੍ਰਤੱਖ ਹਰ ਸ਼ਹੀਦਾਂ ਦੀ ਸਰਤਾਜ ਇਸ ਲਈ ਕਿ ਸਾਧ ਸੰਗਤ ਜੀ ਜਦੋਂ ਅਸੀਂ ਸੰਸਾਰ ਦੇ ਅੰਦਰ ਪਰਮੇਸ਼ਰ ਦੀ ਰਹਿਮਤ ਸਦਕਾ ਸ਼ਹੀਦਾਂ ਦੀ ਇਤਿਹਾਸ ਨੂੰ ਵਿਚਾਰਦੇ ਹਾਂ ਤੇ ਸਾਧ ਸੰਗਤ ਦੀ ਇਤਿਹਾਸ ਦੇ ਅੰਦਰ ਦੋ ਪ੍ਰਮਾਣ ਆਉਂਦੇ ਨੇ। ਧਰੂਮ ਪ੍ਰਹਲਾਦ ਜਪਿਓ ਹਰ ਜੈਸੀ ਰਾਮ ਜਪੋ ਜੀ ਐਸੀ ਐਸੀ। ਪਰ ਜਦੋਂ ਧਰੂਮ ਪ੍ਰਹਲਾਦ ਦਾ ਇੱਕ ਦਿਨ ਪਰਤਿਆਵਾ ਹੁੰਦਾ ਈ ਤੇ ਪਿਤਾ ਹਰਨਾਕਸ਼ ਇੱਥੋਂ ਤੱਕ ਕਹਿ ਦਿੰਦਾ ਈ ਕਿ ਆ ਤਪ ਦੀ ਥੰਮ ਨੂੰ ਜੱਫੀ ਪਾਓ, ਫਿਰ ਦੇਖਦੇ ਤੁਹਾਡਾ ਖੁਦਾ ਤੁਹਾਡਾ ਰੱਬ ਕਿੱਥੇ ਹੈ। ਤੇ ਸਾਧ ਸੰਗਤ ਦੀ
ਜਦੋਂ ਇੱਕ ਵਾਰੀ ਦੇਖਿਆ ਨਾ ਥੰਮ ਨੂੰ, ਤੇ ਥੰਮ ਤਪਦਾ ਹੋਇਆ ਲਾਲ ਏ। ਪਰਮ ਪਿਤਾ ਪਰਮੇਸ਼ਰ ਜੀ ਦੀ ਓਟ ਤੱਕੀ ਤੇ ਸਾਧ ਸੰਗਤ ਜੀ ਇਤਿਹਾਸ ਸਾਖੀ ਏ ਕਿ ਕੀੜੀ ਦਾ ਰੂਪ ਧਾਰ ਕੇ ਪ੍ਰਗਟ ਹੋ ਜਾਂਦੇ ਨੇ। ਤੇ ਜਦੋਂ ਪ੍ਰਹਲਾਦ ਦੀ ਜੱਫੀ ਪਾਉਂਦੇ ਨੂੰ, ਪਰ ਜਿਹੜਾ ਥੰਮੇ ਉਹ ਠੰਡਾ ਹੈ। ਦੂਸਰਾ ਸਾਧ ਸੰਗਤ ਜੀ ਇਤਿਹਾਸ ਦੇ ਅੰਦਰ ਇਬਰਾਹਿਮ ਜੀ, ਜਿਨ੍ਹਾਂ ਨੂੰ ਤਪਦੇ ਕੋਲਿਆਂ ਤੇ ਚੱਲਣ ਲਈ ਆਖਿਆ ਜਾਂਦਾ ਏ, ਇੱਕ ਵਾਰੀ ਮਨ ਤੜਪ ਜਾਂਦਾ ਏ, ਸੋਚਦਾ ਏ ਕਿ ਚਮੜੀ ਸੜ ਜਾਏਗੀ। ਪਰ ਜਦੋਂ ਆਪਣੇ ਮੁਰਸ਼ਦ ਨੂੰ, ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਨੂੰ ਯਾਦ ਕਰਕੇ ਚੱਲਦੇ ਨੇ, ਤੇ ਉਹ ਅੰਗਿਆਰ ਇਉਂ ਨੇ ਜਿਵੇਂ ਫੁੱਲਾਂ ਦੀ ਸੇਧ ਹੈ, ਠੰਡੇ ਨੇ। ਤੇ ਅੱਡ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ, ਤੱਤੀ ਤਵੀ ਤੇ ਤੱਤੀ ਰੇਤ, ਤੇ ਸਾਧ ਸੰਗਤ ਜੀ ਥੱਲੇ ਅਗਨੀ, ਉੱਪਰ ਤੱਤੀ ਰੇਤ ਈ, ਪਰ ਬੈਠਣ ਵਾਲੇ ਸੀਤਲ ਨੇ, ਜਿਨ੍ਹਾਂ ਦੇ ਹਿਰਦੇ ਤੋਂ ਬੋਲ ਨਿਕਲਦੇ ਨੇ। ਰਾਖੈ ਰਾਖਣ ਹਾਰ ਰਾਖੈ ਅਗਨ ਮਾਹੇ, ਸਿਮਰਤ ਹਰ ਹਰ ਨਾਮ ਤਪਤ ਜਾਏ। ਹਿਰਦੇ ਦੇ ਅੰਦਰ ਇੱਕੋ ਵੇਦਨਾ ਈ, ਜੋਦੀ ਸਹਿਸੂ ਤੇਰਾ ਰੂਪ। ਪਰਮੇਸ਼ਰ ਇਹ ਵੀ ਇੱਕ ਤੇਰਾ ਰੂਪ ਏ। ਇਸ ਲਈ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੀ ਹਿਰਦੇ ਦੇ ਅੰਦਰ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਦੀ ਦੇਖਣ ਦੀ ਤੜਪ ਹੈ। ਤੇ ਸਾਧ ਸੰਗਤ ਜੀ ਪਰਮੇਸ਼ਰ ਦਾ ਸਰੂਪ ਨੇ, ਪ੍ਰਤੱਖ ਪਰਮੇਸ਼ਰ ਦੀ ਜੋਤ ਨੇ, ਪਰ ਸਾਨੂੰ ਸੰਸਾਰੀ ਜੀਵਾਂ ਨੂੰ ਰੱਬੀ ਪਿਆਰ ਪ੍ਰਗਟ ਕਰਨ ਲਈ ਪਾਤਸ਼ਾਹ ਬਚਨ ਕਰਦੇ ਨੇ, ਰੂੜੂ ਮਨ ਹਰ ਰੰਗੂ ਲੂੜਾ, ਰੂੜੂ ਮਨ ਹਰ ਰੰਗੂ ਲੂੜਾ, ਗਾਲੀ ਨਿਹੋ ਨਾ ਹੋਈ, ਗਾਲੀ ਹਰ ਨਿਹੋ ਨਾ ਹੋਈ। ਰਾਉ ਰਹਾਉ ਦੀ ਬਚਨਾਂ ਅੰਦਰ ਪਾਤਸ਼ਾਹ ਕਹਿੰਦੇ ਨੇ, ਗਾਲੀ ਹਰ ਨਿਹੋ ਨਾ ਹੋਏ। ਕੇਵਲ ਗੱਲਾਂ ਬਾਤਾਂ ਦੇ ਨਾਲ, ਨਿਰੀਆਂ ਵਿਚਾਰਾਂ ਦੇ ਨਾਲ ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਭਰੀਏ ਸਾਥ, ਕੇਵਲ ਪੜ੍ਹਿਆ ਮੁਕਤ ਨਾ ਹੋਵੇ। ਇਸ ਲਈ ਪੜ੍ਹੀਐ ਗੁਣੀਐ ਨਾਮ ਸਭ ਸੁਣੀਏ। ਇਸ ਲਈ ਜੋ ਪੜ੍ਹਿਆ ਏ ਉਹਨੂੰ ਵਿਚਾਰਨਾ ਪਵੇਗਾ, ਅਪਣਾਉਣਾ ਪਵੇਗਾ, ਹਿਰਦੇ ਅੰਦਰ ਵਸਾਉਣਾ ਪਵੇਗਾ। ਉਸੇ ਨੂੰ ਮੇਰੇ ਗੁਰਦੇਵ ਦੇ ਬਚਨ ਨੇ, ਬਾਣੀ ਬਿਰਲੂ ਵਿਚਾਰ ਸੇ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੇ ਨਿਜ ਘਰ ਵਾਸਾ ਹੋਈ। ਬਾਣੀ ਤੇ ਉਹ ਹੈ, ਪਰ ਅਸੀਂ ਸਾਰੀ ਜ਼ਿੰਦਗੀ ਲੰਘਾ ਦਿੰਦੇ ਹਾਂ। ਪਰ ਜਿਨ੍ਹਾਂ ਦਾ ਹਿਰਦੇ ਤੋਂ ਸਤਿਗੁਰ ਦੇ ਨਾਲ ਪ੍ਰੇਮ ਹੋ ਜਾਂਦਾ ਏ, ਤੇ ਸਾਧ ਸੰਗਤ ਜੀ ਉੱਥੇ ਤੇ ਹੀਰੂ ਸ਼ਿਕਾਰੀ ਵਰਗੇ, ਬਾਦਸ਼ਾਹ ਬੈਨ ਸਿੰਘ ਵਰਗੇ, ਝਾਲਾਂ ਬਾਈ, ਕਰਮਾਂ ਬਾਈ, ਮਾਤਾ ਭਾਗੋ ਵਰਗੀਆਂ, ਭਾਈ ਬਿਧੀ ਚੰਦ ਵਰਗੀਆਂ, ਤੇ ਸਾਧ ਸੰਗਤ ਜੀ ਭੂਮੀਏ ਵਰਗੇ ਡਾਕੂ ਸਤਿਗੁਰ ਦੇ ਚਰਨਾਂ ਦੇ ਭੌਰੇ ਹੋ ਕੇ ਸਤਿਗੁਰ ਦੀ ਪ੍ਰੀਤ ਦੇ ਅੰਦਰ ਪਰਮੇਸ਼ਰ ਦੀ ਰਹਿਮਤ ਪ੍ਰਾਪਤ ਕਰ ਲੈਂਦੇ ਨੇ। ਗੱਡੀ ਕੇ ਆਖੂ ਸਤਨਾਮ ਸ੍ਰੀ। ਉੱਥੇ ਪਾਤਸ਼ਾਹ ਕਹਿੰਦੇ ਨੇ, ਗਾਲੀ ਹਰ ਨਿਹੋ ਨਾ ਹੋਈ। ਗੱਲਾਂ ਦੇ ਨਾਲ ਪਰਮ ਪਿਤਾ ਪਰਮੇਸ਼ਰ ਹਰੀ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਬਣਦਾ, ਪ੍ਰੇਮਾ ਭਗਤੀ ਪ੍ਰਾਪਤ ਨਹੀਂ ਹੁੰਦੀ, ਸਤਿਗੁਰ ਦਾ ਪ੍ਰੇਮ ਭਰੀ ਨਦਰ ਪ੍ਰਾਪਤ ਨਹੀਂ ਹੁੰਦੀ, ਗੱਲਾਂ ਨਾਲ ਨਹੀਂ ਹੁੰਦੀ। ਰੂੜੂ ਮਨ, ਮਨ ਰੁੜਿਆ ਜਾਂਦਾ ਏ ਵਿਕਾਰਾਂ ਵਿੱਚ, ਸੰਸਾਰ ਵੱਲ ਨੂੰ, ਪਦਾਰਥਾਂ ਵੱਲ ਨੂੰ, ਪਰਿਵਾਰ ਵੱਲ ਨੂੰ। ਤੇ ਸਾਧ ਸੰਗਤ ਜੀ ਇਸ ਲਈ ਪਾਤਸ਼ਾਹ ਕਹਿੰਦੇ ਨੇ, ਰੂੜੂ ਮਨ, ਮਨ ਰੁੜਿਆ ਜਾਂਦਾ ਏ, ਮਨ ਵਿਕਾਰਾਂ ਵਿੱਚ ਗਰਸਿਆ ਹੋਇਆ ਏ। ਕਿਉਂਕਿ ਮਨ ਮੂਰਖ ਅਜਹੂ ਨਹੀਂ ਸਮਝਤ, ਸਿੱਖ ਦਿਹਾਰਿਓ ਨੀਤ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਪਾਤਸ਼ਾਹ ਕਹਿੰਦੇ ਮਨ ਨੂੰ ਬੜਾ ਸਮਝਾਉਂਦੇ ਆ, ਜਗਤ ਦੀ ਪ੍ਰੀਤ ਝੂਠੀ ਆ, ਪਰ ਮਨ ਮੂਰਖ ਅਜਹੂ ਨਹੀਂ ਸਮਝ, ਅੱਜ ਤੱਕ ਸਮਝ ਨਹੀਂ ਆਉਂਦਾ, ਸਮਝਦਾ ਨਹੀਂ ਹੈ, ਮੁੜਦਾ ਨਹੀਂ ਹੈ। ਮਨ ਅਮੋੜ ਹੈ। ਇਸ ਲਈ ਪਾਤਸ਼ਾਹ ਨੇ ਬਚਨ ਆਖਦੇ, ਇਹ ਮਨ ਸ਼ਕਤੀ, ਇਹ ਮਨ ਸੀ, ਇਹ ਮਨ ਪਾਵਰ ਹੈ, ਸ਼ਕਤੀ ਹੈ, ਇਹ ਮਨ ਸ਼ੇਰ ਦੀ ਨਿਆਈ ਹੈ।
ਇਹ ਮਨ ਪੰਜ ਤਤ ਕੋ ਜੀਓ। ਇਹ ਮਨ ਪੰਜਾਂ ਤੱਤਾਂ ਦਾ ਪ੍ਰਭਾਵ ਸੁਭਾਅ ਕਬੂਲਦਾ ਹੈ। ਇਸ ਲਈ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ, ਅਤ ਦਰਜੀ ਦੀ ਨੀਤ ਬੇਕਾਰ ਨੇ, ਤੇ ਜਿਹਨੇ 24 ਘੰਟੇ ਬੇਕਾਰ ਆਉਣੇ ਨੇ ਫਿਰ ਮਨ ਕਬੂਲਦਾ ਹੈ ਪ੍ਰਭਾਵ। ਇਸ ਲਈ ਪਾਤਸ਼ਾਹ ਕਹਿੰਦੇ ਨੇ ਮਨ ਮੂਰਖ ਅਜ ਹੂੰ ਨਹੀਂ ਸਮਝਤ, ਸਿੱਖ ਦੇ ਹਾਰਿਓ ਨੀਤ। ਨਿਤ ਸਮਝਾਉਂਦੇ ਆ ਮਨ ਨੂੰ, ਐ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਨੂੰ ਪਛਾਣ ਕਰ। ਕਿਉਂਕਿ ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਉ ਪੁਕਾਰ। ਕਉ ਨਾਨਕ ਪੜ ਹਰ ਮਨਾ, ਪੜ ਹਰ ਮਨਾ। ਐ ਮਨਾ ਪੜਿਆ ਕਰ, ਉਹਨੂੰ ਯਾਦ ਕਰਿਆ ਕਰ, ਭੁੱਲਿਆ ਨਾ ਕਰ, ਯਾਦ ਰੱਖਿਆ ਕਰ। ਭਉ ਨਿਧਿ ਉਤਰੈ ਪਾਰ। ਇਹ ਭਾਵਨਾਵਾਂ ਦੇ ਸਮੁੰਦਰ ਵਿੱਚੋਂ, ਸੰਸਾਰ ਵਿੱਚੋਂ ਤਰ ਜਾਏਗਾ। ਇਸ ਲਈ ਪਾਤਸ਼ਾਹ ਕਹਿੰਦੇ ਨੇ ਰੂੜੂ ਮਨ ਹਰ ਰੰਗੂ ਲੂੜੈ। ਮਨ ਰੁੜਿਆ ਜਾਂਦਾ ਇਸ ਸੰਸਾਰ ਵੱਲ, ਪਰ ਅੰਦਰੋਂ ਤਾਂਘ ਵੀ ਉੱਠਦੀ ਆ। ਪਰਮੇਸ਼ਰ ਤੇਰਾ ਪ੍ਰੇਮ, ਤੇਰਾ ਆਸ਼ੀਰਵਾਦ, ਤੇਰੀ ਰਹਿਮਤ ਪ੍ਰਾਪਤ ਹੋ ਜਾਏ। ਕਿਤੇ ਤੱਕ ਤੇ ਦੇਖੀਏ ਤੇਰੇ ਚਰਨਾਂ ਦਾ ਰਸ, ਤੇਰੀ ਰਹਿਮਤ ਨੂੰ ਪ੍ਰਾਪਤ ਕਰਕੇ ਦੇਖੀਏ ਕਿ ਆਨੰਦ ਕਿਹੋ ਜਿਹਾ ਹੈ। ਉਸੇ ਨੂੰ ਮੇਰੇ ਗੁਰਦੇਵ ਕਹਿੰਦੇ ਨੇ ਧਨ ਸੂ ਵੇਲਾ। ਉਹ ਕਿਹੋ ਜਿਹਾ ਵੇਲਾ, ਘੜੇ ਧਨ, ਉਹ ਘੜੇ ਧਨ ਹੈ। ਧਨ ਮੂਰਤ ਪਲ ਸਾਰ, ਉਹ ਪਲ, ਉਹ ਮਹੂਰਤ ਭਲੇ ਨੇ, ਸੋਹਣੇ ਨੇ। ਧਨ ਸੁਵੀਲਾ ਘੜੀ ਧਨ, ਧਨ ਮੂਰਤ ਪਲ ਸਾਰ। ਧਨ ਸੋ ਦਿਨਸ ਸੰਜੋਗੜਾ। ਉਹ ਦਿਨ ਵੀ ਸੋਹਣਾ ਹੀ ਜਦੋਂ ਪਰਮੇਸ਼ਰ ਤੇਰਾ ਸੰਜੋਗ ਪ੍ਰਾਪਤ ਹੋਇਆ। ਜਿਤ ਡਿਠਾ ਗੁਰ ਦਰਸਾਰ, ਜਦੋਂ ਤੂੰ ਗੁਰੂ ਰੂਪ ਹੋ ਕੇ ਦਰਸ਼ਨ ਦਿੱਤੇ ਨੇ। ਤੇ ਅੱਜ ਪਾਤਸ਼ਾਹ ਬਚਨ ਕਰਦੇ ਨੇ ਰੂੜੂ ਮਨ ਹਰ ਰੰਗੂ ਲੂੜੈ। ਮਨ ਰੁੜਿਆ ਜਾਂਦਾ ਏ, ਪਰ ਅੰਦਰੋਂ ਤਾਂਘ ਵੀ ਉੱਠਦੀ ਏ। ਹਰੀ ਅੰਗੁਰੇ, ਜਿਵੇਂ ਕਰੁੰਬਲ ਫੁੱਟਦੀ ਏ, ਜਿੰਨੀ ਮਰਜ਼ੀ ਫਸਲ ਨੂੰ ਕੱਟੀ ਜਾਓ ਪਰ ਕਰੁੰਬਲ ਫੁੱਟਦੀ ਏ, ਇਵੇਂ ਸਾਡੇ ਹਿਰਦੇ ਅੰਦਰੋਂ ਵੀ, ਅੰਦਰੋਂ ਭਾਵੇਂ ਉੱਪਰ ਬੈਠੀ ਬੇਕਾਰ ਪੰਡ ਬੇਕਾਰ ਮਨ ਨੂੰ ਆਪਣੇ ਵਿੱਚ ਲੀਨ ਕਰਦੇ ਨੇ। ਕਿਉਂਕਿ ਮਨ ਦਾ ਸੁਭਾਅ ਪੰਜਾਂ ਬੇਕਾਰਾਂ ਦੀ ਰਸ ਨੂੰ ਕਬੂਲਦਾ ਏ। ਇਸ ਲਈ ਵਿਚਾਰ ਭੈੜੇ ਹੋ ਜਾਂਦੇ ਨੇ, ਕਰਮ ਖੋਟੇ ਹੋ ਜਾਂਦੇ ਨੇ, ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ। ਇਸ ਲਈ ਰੂੜੂ ਮਨ ਹਰ ਰੰਗੂ ਲੂੜੇ, ਗੱਲ ਨਹੀਂ ਹਰ ਨਿਹੋ ਨਾ ਹੋਏ। ਪਰ ਪਾਤਸ਼ਾਹ ਕਹਿੰਦੇ ਗੱਲਾਂ ਨਾਲ ਨਹੀਂ ਗੱਲ ਬਣਨੀ। ਤੇ ਸਾਧ ਸੰਗਤ ਦੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਪੂਛਤ ਪਥਕ ਤੇ ਮਾਰਗ ਨ ਧਾਰੀ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਐ। ਮੰਜ਼ਲ ਰਾਹੀ ਨੂੰ ਪੁੱਛਿਆ ਏ ਕਿ ਇਸ ਮੰਜ਼ਿਲ ਤੇ ਪੁੱਜਣਾ ਏ, ਪੁੱਛ ਲਿਆ ਏ ਰਸਤਾ, ਨਿਸ਼ਾਨੀਆਂ ਪਤਾ ਕਰ ਲਈਆਂ ਨੇ ਕਿ ਆ ਨਿਸ਼ਾਨੀਆਂ ਆਉਣੀਆਂ ਨੇ ਰਸਤੇ ਅੰਦਰ। ਪੂਛਤ ਪਥਕ ਤੇ ਮਾਰਗ ਨਾ ਧਾਰੇ ਪਗ। ਪਾਤਸ਼ਾਹ ਕਹਿੰਦੇ ਰਸਤਾ ਪੁੱਛ ਲਿਆ ਈ, ਪਰ ਇੱਕ ਕਦਮ ਚੱਲੇ ਨਹੀਂ, ਉੱਥੇ ਖਲੋਤੇ ਆ ਜਿੱਥੇ ਪੁੱਛਿਆ ਸੀ। ਪੂਛਤ ਪਥਕ ਤੇ ਮਾਰਗ ਨਾ ਧਾਰੇ ਪਗ, ਇੱਕ ਕਦਮ ਚੱਲੇ ਨਹੀਂ। ਪ੍ਰੀਤਮ ਕੇ ਦੇਸ ਕੈਸੀ ਬਾਤਨ ਸੇ ਜਾਈ ਹੈ। ਕਹਿੰਦੇ ਦੱਸੋ ਤਾਂ ਸਹੀ, ਮਾਲਕ ਦੀ, ਸਾਈਂ ਦੀ, ਪ੍ਰੀਤਮ ਦੀ ਦਰਬਾਰ ਅੰਦਰ, ਦੇਸ਼ ਅੰਦਰ ਨਿਰੀਆਂ ਗੱਲਾਂ ਨਾਲ ਪਹੁੰਚ ਜਾਵਾਂਗੇ? ਨਹੀਂ ਪੁੱਜਿਆ ਜਾਣਾ ਹੈ, ਗੱਲ ਹੀ ਨਿਹੋ ਨਾ ਹੋਏ। ਦੂਸਰਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ ਪੂਛਤ ਹੈ ਬੈਦ ਖਾਤ ਔਖਦ ਨ ਸੰਜਮ ਸੈ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਤੇ ਮਾਫ ਕਰਨਾ, ਹੁਣ ਕਰੋਨਾ ਮਹਾਂਮਾਰੀ ਫੈਲੀ ਹੋਈ ਹੈ, ਦਵਾਈ ਕੋਈ ਬਣੀ ਨਹੀਂ, ਇਸ ਲਈ ਸਾਵਧਾਨੀਆਂ ਨੇ, ਸੰਜਮ ਹੈ, ਪਰਹੇਜ਼ ਹੈ, ਜੋ ਅੱਜ ਸਾਧ ਸੰਗਤ ਦੀ ਹਰ ਸਮੇਂ ਸਰਕਾਰ ਦੇ ਨੁਮਾਇੰਦੇ, ਹਰ ਜੀਵ ਦਾਨੇ ਪੁਰਸ਼ ਪਲ ਪਲ ਤੇ ਸਾਨੂੰ ਦੱਸ ਰਹੇ ਨੇ। ਪਰ ਆਪਾਂ ਦੇਖਦੇ ਹਾਂ ਕਰੋਨਾ ਫੇਰ ਵੱਧ ਰਿਹਾ ਹੈ। ਇਸ ਲਈ ਭਾਈ ਸਾਹਿਬ ਪ੍ਰਮਾਣ ਦਿੰਦੇ ਨੇ ਕਿਉਂ ਵੱਧਦਾ ਏ। ਪੂਛਤ ਹੈ ਬੈਦ ਖਾਤ ਔਖਦ ਨ ਸੰਜਮ ਸੈ,
ਪਰਹੇਜ਼ ਜਿਹੜਾ ਦੱਸਿਆ ਉਹ ਆਪਾਂ ਪਰਹੇਜ਼ ਕਰਦੇ ਨਹੀਂ, ਦਵਾਈ ਸਮੇਂ ਸਿਰ ਖਾਂਦੇ ਨਹੀਂ। ਤੇ ਪਾਤਸ਼ਾਹ ਕਹਿੰਦੇ ਨੇ, ਵੈਦ ਜੀ ਪੁੱਛਦੇ ਆ, ਪੂਛਤ ਹੈ ਵੈਦ ਖਾਦ ਔਖਤ ਨਾ ਸੰਜਮ ਸੈ। ਔਖਤ ਜਿਹੜੀ ਦਵਾਈ ਆ, ਪਰਹੇਜ਼ ਕਰਦੇ ਨਹੀਂ। ਜੋ ਵੀ ਸਾਨੂੰ ਅੱਜ ਸਾਵਧਾਨੀਆਂ ਦੇ ਵਿੱਚ ਵਰਤਣ ਲਈ ਦੱਸਿਆ ਜਾਂਦਾ ਹੈ ਕਿ ਹਲਦੀ, ਅਦਰਕ ਕੁਦਰਤੀ ਜਿਹੜੇ ਸਤਿਗੁਰ ਦੀ ਦੇਣ ਹੈ, ਪਦਾਰਥਾਂ ਦੀ ਵੱਧ ਸੇਵਨ ਕੀਤਾ ਜਾਵੇ। ਅਸੀਂ ਅੱਜ ਵੀ ਦੇਖਦੇ ਹਾਂ, ਅੱਜ ਵੀ ਰੈਸਟੋਰੈਂਟਾਂ ਤੋਂ ਲੋਕੀ ਲੋਕਡਾਊਨ ਦੇ ਵਿੱਚ ਵੀ ਪੀਜੇ ਮੰਗਵਾ ਰਹੇ ਸਨ। ਭਾਵ ਜੀਵ ਦਾ ਰਸ ਛੱਡਣ ਨੂੰ ਅਸੀਂ ਤਿਆਰ ਨਹੀਂ ਹਾਂ। ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੈ। ਪਰਹੇਜ਼ ਨਾਲ ਦਵਾਈ ਖਾਧੀ ਨਹੀਂ, ਸਾਵਧਾਨੀਆਂ ਵਰਤੀਆਂ ਨਹੀਂ। ਕੈਸੇ ਮਿਟੇ ਰੋਗ, ਇਹ ਰੋਗ ਕਿੱਦਾਂ ਖਤਮ ਹੋ ਜਾਏ। ਸੁੱਖ ਸਹਿਜ ਸਮਾਈਏ, ਕਿਵੇਂ ਸ਼ਾਂਤੀ ਹੋ ਜਾਏ, ਕਿਵੇਂ ਰੋਗ ਨਿਵਰਤ ਹੋ ਜਾਏ, ਨਹੀਂ ਹੋ ਸਕਦਾ। ਸਾਵਧਾਨੀਆਂ ਜ਼ਰੂਰੀ ਨੇ, ਪਰਹੇਜ਼ ਜ਼ਰੂਰੀ ਹੈ। ਇਸ ਲਈ ਤੀਸਰਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਪੂਛਤ ਸੁਹਾਗਣ ਕਰਮ ਦੁਹਾਗਣ ਕੈ। ਪੁੱਛਿਆ ਸੁਹਾਗਣ ਨੂੰ ਕਿ ਕਿਵੇਂ ਪਤੀ ਨੂੰ ਖੁਸ਼ ਕਰ ਲਿਆ, ਕਿਵੇਂ ਤੁਹਾਡੇ ਘਰ ਦੇ ਅੰਦਰ ਸਦਾ ਹੀ ਸੱਚਖੰਡ ਬਣਿਆ ਰਹਿੰਦਾ ਏ, ਪਤੀ ਪਤਨੀ ਧੀਆਂ ਪੁੱਤਰ ਪਰਿਵਾਰ ਦੇ ਅੰਦਰ ਕਿਵੇਂ ਇੰਨਾ ਆਨੰਦ ਏ। ਉਹਨੇ ਦੱਸ ਦਿੱਤਾ, ਅਸੀਂ ਸਤਿਗੁਰ ਦੇ ਚਰਨਾਂ ਵਿੱਚ ਜੁੜ ਕੇ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰ ਦੀ ਯਾਦ ਦੇ ਅੰਦਰ ਧੰਨਵਾਦ ਕਰਦੇ ਹਾਂ, ਉਹਦੇ ਸਿਮਰਨ ਅੰਦਰ ਇਸ਼ਨਾਨ ਤੋਂ ਉਪਰੰਤ ਉਹਦਾ ਧੰਨਵਾਦ ਕਰਕੇ ਕਿਰਤ ਕਰਦੇ ਹੋਏ ਕਰਤੇ ਨਾਲ ਜੁੜ ਕੇ ਰਹਿੰਦੇ ਹਾਂ। ਪਤਾ ਤਾਂ ਕਰ ਲਿਆ ਸੁਹਾਗਣ ਕੋਲੋਂ ਕਿ ਘਰ ਦੇ ਅੰਦਰ ਕਿਵੇਂ ਸਵਰਗ ਬਣਦਾ ਏ। ਕਿਉਂਕਿ ਸੁਹਾਗਣ ਕਾ ਕੇ ਅਚੇਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ। ਆਪਣੇ ਪਰਿਵਾਰ ਨੂੰ ਨਿਰੰਕਾਰ ਦਾ ਘਰ ਸਮਝਿਆ ਏ ਤੇ ਨਿਰੰਕਾਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਹਰ ਸਮੇਂ ਭੋਜਨ ਪਾਣੀ ਸਤਿਗੁਰ ਦੀ ਯਾਦ ਦੇ ਅੰਦਰ ਤਿਆਰ ਕਰਕੇ ਸਤਿਗੁਰੂ ਨੂੰ ਯਾਦ ਕਰਕੇ, ਜਿਵੇਂ ਪਾਤਸ਼ਾਹ ਕਹਿੰਦੇ ਨੇ, ਪਹਿਲਾਂ ਸੁੱਚਾ ਆਪ ਹੋਏ ਸੁੱਚਾ ਬੈਠਾ ਆ, ਇਹ ਸੁੱਚਾ ਅੱਗੇ ਰੱਖਿਓ ਕੋਈ ਨਾ ਭਿੱਟਿਓ ਜਾਏ। ਸੁੱਚਾ ਹੋਏ ਕਿ ਦੇਵਿਆ ਲੱਗਾ ਪੜਨ ਸਹੂਲੂਕ, ਕੋ ਹੱਥੀ ਜਾਏ ਸਟਿਆ ਕਿਸ ਇਹ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਵੈ ਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੁਆ ਪਾਕ ਪਵਿੱਤ। ਪਵਿੱਤਰ ਭੋਜਨ ਤਿਆਰ ਹੋ ਗਿਆ ਏ। ਤੇ ਪਾਤਸ਼ਾਹ ਕਹਿੰਦੇ ਨੇ, ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਜਾਂ ਪਾਪੀ ਤਨ ਨੇ ਮੂੰਹ ਤੋਂ ਅੰਦਰ ਚਲੇ ਗਿਆ, ਫਿਰ ਗੰਦਗੀ ਦੇ ਰੂਪ ਵਿੱਚ ਜਦੋਂ ਬਾਹਰ ਆਉਂਦਾ ਏ ਤੇ ਆਪਾਂ ਕਹਿੰਦੇ ਸਭ ਤੋਂ ਵੱਧ ਬਿਮਾਰੀਆਂ ਫੈਲਾਉਂਦਾ ਏ। ਗੱਡ ਕੇ ਆਖੋ ਸਤਿਨਾਮ। ਇਸ ਲਈ ਉਸ ਪਰਮੇਸ਼ਰ ਦੇ ਸ਼ੁਕਰਾਨੇ ਅੰਦਰ, ਧੰਨਵਾਦ ਅੰਦਰ, ਸਿਮਰਨ ਅੰਦਰ ਤੇ ਸਾਧ ਸੰਗਤ ਦੀ ਭਾਈ ਸਾਹਿਬ ਬਚਨ ਕਰਦੇ ਨੇ, ਪੂਛਤ ਸੁਹਾਗਣ ਕਰਮ ਦੁਹਾਗਣ ਕੈ। ਪੁੱਛਿਆ ਸੁਹਾਗਣ ਨੂੰ ਕਿ ਪਤੀ ਨੂੰ ਕਿਵੇਂ ਖੁਸ਼ ਕਰਨਾ ਏ, ਪਰ ਘਰ ਦੇ ਅੰਦਰ ਉਹ ਵਿਧੀ ਅਪਣਾਈ ਨਹੀਂ, ਸਮੇਂ ਸਿਰ ਉੱਠੇ ਨਹੀਂ, ਕਬੀਲੇ ਉੱਠੇ ਆ, ਇਸ਼ਨਾਨ ਕੀਤਾ ਨਹੀਂ ਤੇ ਸਾਧ ਸੰਗਤ ਦੀ ਹਰ ਕੰਮ ਲੇਟ ਹੈ, ਫਿਰ ਕਲੇਸ਼ ਸਾਹਮਣੇ ਖੜਾ ਹੈ। ਪੂਛਤ ਸੁਹਾਗਣ ਕਰਮ ਦੁਹਾਗਣ, ਕਿਉਂਕਿ ਅੰਦਰ ਵਿਵਚਾਰ ਹੈ, ਬੇਕਾਰ ਹੈ। ਰਿਧਿ ਵਿਵਚਾਰ ਕਤ ਸੇਜਾ ਬੋਲਾਈਏ। ਫਿਰ ਪਤੀ ਤੇ ਸੱਸ ਨੂੰ ਘਰ ਦੇ ਅੰਦਰ ਸੁੱਖ ਸ਼ਾਂਤੀ ਕਿਵੇਂ ਹੋ ਜਾਏਗੀ। ਇਸ ਲਈ ਭਾਈ ਸਾਹਿਬ ਅੱਗੇ ਪ੍ਰਮਾਣ ਦਿੰਦੇ ਨੇ, ਕਹਿੰਦੇ ਗਾਏ ਸੋਹਣੇ ਆਖਾਂ ਮੀਤੇ ਪਾਈਏ ਨਾ ਪਰਮ ਪਦ। ਗਾਏ ਸੋਹਣੇ ਆਖਾਂ ਮੀਤੇ ਪਾਈਏ ਨਾ ਪਰਮ ਪਦ। ਗੁਰ ਉਪਦੇਸ਼ ਗਹਿ ਡੋਲੋ ਨਾ ਕਮਾਈ ਹੈ। ਭਾਈ ਸਾਹਿਬ ਪ੍ਰਮਾਣ ਦਿੰਦੇ ਨੇ, ਕਹਿੰਦੇ ਵੱਡੇ ਵੱਡੇ ਭਜਨ ਵਿਸ਼ਨ ਪੱਦੇ ਗਾਉਣੇ, ਉੱਚੀ ਉੱਚੀ ਸੁਰ ਦੇ ਨਾਲ ਗਾਏ ਸੁਣੇ, ਵੱਡੇ ਵੱਡੇ ਦੀਵਾਨ ਸੁਣਨੇ, ਗਾਏ ਸੁਣੇ ਆਖਾਂ ਮੀਤੇ, ਅੱਖਾਂ ਮੀਟ ਕੇ ਸਮਾਧੀ ਲਾ ਕੇ ਵੀ ਘੰਟਾ ਘੰਟਾ ਬੈਠੇ ਰਹਿਣਾ। ਤੇ ਪਾਤਸ਼ਾਹ ਕਹਿੰਦੇ ਨੇ ਪਾਈਏ ਨਾ ਪਰਮ ਪਦ। ਇਵੇਂ ਪਰਮ ਪਦ, ਪਰਮ ਆਨੰਦ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਪਰਮੇਸ਼ਰ ਦੀ ਰਹਿਮਤ ਨਹੀਂ ਪ੍ਰਾਪਤ ਹੁੰਦੀ। ਜੌਲਾ ਗੁਰ ਉਪਦੇਸ਼, ਗੁਰ ਉਪਦੇਸ਼ ਗਹਿ ਡੋਲੋ ਨਾ ਕਮਾਈ। ਜਿੰਨੀ ਚਿਰ ਗੁਰ ਉਪਦੇਸ਼ ਭਾਵ ਗੁਰੂ ਦਾ ਸ਼ਬਦ, ਗੁਰੂ ਦਾ ਆਸ਼ੀਰਵਾਦ ਨਹੀਂ ਪ੍ਰਾਪਤ ਹੁੰਦਾ। ਗੱਡ ਕੇ ਆਖੂ ਸਤਿਨਾਮ ਸ੍ਰੀ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਰੂੜੂ ਮਨ ਹਰ ਰੰਗੂ ਲੂੜਾ। ਰੁੜਿਆ ਜਾਂਦਾ ਮਨ ਚਾਹੁੰਦਾ ਏ ਪਰਮੇਸ਼ਰ ਤੇਰੇ ਚਰਨਾਂ ਦੀ ਪ੍ਰੀਤ ਪ੍ਰੇਮ ਚਾਹੁੰਦਾ ਏ, ਦੀਦਾਰ ਚਾਹੁੰਦਾ ਏ, ਪਰ ਗੱਲ ਹੀ ਹਰ ਨਿਹੂ ਨਾ ਹੋਈ, ਗੱਲਾਂ ਨਾਲ ਪ੍ਰੇਮ ਨਹੀਂ ਬਣਦਾ।
गाली हर निहो ना हुई रहाऊ। हूँ टुटेंदी दर्शन कारण बीती बीती पेखा। कहंदे हूँ टुटेंदी मैं लभदी फिरदी हाँ, ढूंढदी फिरदी हाँ काहदे लई? दर्शन करने। बीथी बीथी सुआस सुआस गली गली तरह तरह के ढंग तरीके साधना। हूँ टुटेंदी दर्शन कार, हूँ टुटेंदी दर्शन कारण बीथी बीथी पेखा। कोई परमेश्वर एक दिन कृपा कर दी। खोजत 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 सुनिए सोए साध संगत बिन तरियो ना कोई। अज कृपा हो गई। हूँ टुटेंदी दर्शन कारण, ढूंढदियां ढूंढदियां एक सज्जन लद्दा मेरे राम राजे। लभदियां लभदियां मेरा मालिक साध संगत जी सामने प्रगट हो गया। गाड़ी के आखू सतनाम श्री होए। इसलिए पातशाह कहते ने हूँ टुटेंदी दर्शन कारण, लभदी सा दर्शन करन नूं। सुआस सुआस गली गली कूचे कूचे। ते साध संगत जी अनेकां रुत्तां आउंदियां ने। प्यार वाले कह दिंदे ने कदों आवेंगे कदों आवेंगी रुत्ते नी भागां वालिए, होणगे दीदार गुरां दे। कदों आवेंगे आवेंगी रुत्ते नी भागां वालिए, होणगे दीदार गुरां दे। हूँ टुटेंदी दर्शन कारण। साध संगत इतिहास में साखी आउंदी है धन सतगुरु अर्जन देव जी महाराज। साध संगत जी जिन्हां दे पिता धन सतगुरु रामदास जी, लाहौर शहर तो सोढी परिवार ते धन सतगुरु अर्जन देव पातशाह जी दे ताया जी सत्कारयोग सहारी मल जी, जिन्हां दे पुत्र दा विवाह है। संदेशा आया है ते धन सतगुरु रामदास जी अपने बड़े पुत्र बाबा पिरथी जी नूं आखदे ने कि पिरथी चंद जी तुसीं अपने ताया जी दे पुत्र दे विवाह ते लाहौर जाना है। ते पिरथी चंद साध संगत जी कहंदे ने इत्थे कारोबार संगतां दा बड़ा, संगतां दे विच बड़े काम हुंदे ने, इसलिए मैं नहीं जा सकदा। ते सतगुरां नूं ते छोटे बाबा महादेव जी नूं वचन कीता, उन्हां ने भी टाल दिता। ते धन गुरु अर्जन देव जी पातशाह जिन्हां ने सारी जिंदगी धन सतगुरु रामदास अपने पिता जी नूं गुरदेव करके सतगुरां दे दर्शन कीते ने। गड्ढ के आखू सतनाम। ते साध सिंह गुरदेव माता गुरदेव पिता गुरदेव स्वामी परमेश्वरा। जदों पिता गुरदेव धन गुरु रामदास कहंदे पुत्र अर्जन तुसीं जाना है लाहौर, तुहाडे ताए दे पुत्र दी शादी है, विवाह है, जदों तक असीं तुहानूं सद्दीए ना उदों तक तुसीं आउणा नहीं है। ते साध संग जांदे ने लाहौर दी धरती दे सारे कारज संपूर्ण हो जाते हैं। संगतां नूं रब्बी बाणी दे नाल जोड़दे ने। ते हुण अंदर प्रेम है, तड़प है सतगुर दे दर्शनां दी, मिलाप दी। ते सासी इधरों संदेशा कोई नहीं जाता। सतगुर हिरदे तो अरदास करते ने मन ना रहे, मन ना रहे कैसे मिलों प्यारे, एक घड़ी दिन समौको बहुत दिहाड़ी, मन ना रहे कैसे मिलों प्यारी, एक पल दिन समौको कभू ना बिहावै, मन ना रही कैसे मिलों प्यारी। हिरदे तो अरदास करते ने कि मन हुण टिकदा नहीं, सतगुर जी कृपा करो, दर्शन दिओ, निहाल करो। पातशाह दी बचन एक घड़ी दिन समौको बहुत दिहाड़ी। एक घड़ी 24 मिनट दी ते इउं लगदा है जिवें 24 घंटिਆਂ ਦਾ दिन रात हुंदी, मुक्कदी नहीं। ते जिहड़ा दिन आ वो बहुते दिनां वांगू लम्मा लगदा है, मुक्कण च नहीं आउंदा है। मन नहीं टिकदा। हुण मन ना रहे कैसे मिलों, मन नहीं रहिंदा किवें मिलां परमेश्वर सतगुरु तुहानूं, दर्शन किवें करां। ते पातशाह अगे बचन लिखदे ने एक पल दिन मौको कबू ना बिहावै, एक पल कहंदे 24 घंटिਆਂ वर्गा दिन वर्गा लगता है। एक पल दिन मौको कबू ना बिहावे, बीतण च नहीं आउंदा है, दिन बीतण च नहीं आउंदा है। इसलिए पातशाह की बचन करदे दर्शन के मन आस गणेरी, बहुती तड़प है, बहुती प्यास है, मन नहीं टिकदा है। दर्शन के मन आस गणेरी,
कोई ऐसा संत मौको पर मिलावे। कोई ऐसा संत सतपुरुष अज मैनू मेरे प्रीतम नाल मिला दे। अरदास करते हैं तो सत्संग जी अगले बचन पातशाह लिखते हैं, चार पहर चौं जुग समान रहन पई तब अंत न जाने। चार पहर देंदे ने ते चार पहर रात ने। पातशाह कहते इउं लगदा है चार पहर चौं जुग, चौं जुगां दे बराबर आ बीतण च नहीं आउंदी। रहन पई जदों रात पै जांदी है अंत न जाना है, रात का अंत आउंदा ही नहीं, मुक्कण च नहीं आउंदा। चार पैर चौं जुग समान रहन पई तब अंत ना जाने। फिर अगे पातशाह बचन करते ने, पंच दूत मिल पर बिछुड़े। पंज दूत या काम क्रोध मोह लोभ अहंकार। हो सकता है किते जाने अनजाने अंदर उन्होंने प्रभाव पा लिया। परमेश्वर गलती मेरी आ, तुहाडा कोई दोष नहीं, मेरे को भुल हो गई हो सकती। इसलिए पंच दूत मिल पर बिछोड़ी। मेरे प्यारे प्रीतम तो इन्हां पंडां बेकारां करके विछोड़ा पिया है। गज की आखू सतनाम। पंच दूत मिल पर बिछोड़ी ते ऐसी बेकारां विच ग्रसी गई। भरम परम रूप क्योंकि इन दूतन खल वध कर मारियो। बड्डू निलाज अजू नहीं हारियो। मन ऐसा बेशर्मिया ये बेकारां दे विच फसिया होया। अनेकां दुर्घटना के अंदर शर्मिंदा हुंदा है पर फिर भी रुकदा नहीं। इसलिए पातशाह वचन करते हैं, पंच दूत मिल पर बिछोड़ी। पंजां दूतां बेकारां ने अपने प्यारे नाल विछोड़ दिता है। भरम परम रूप है पल पल के अंदर भरमां दे अंदर शंकियां दे अंदर भटकदे फिरदे आ। पर बिछोड़ी हाथ हाथ मरूड़ी। परम परम रूप है हाथ पिछोड़ी ते हाथ मलदे आ। अरदासां करते हैं परमेश्वर हुण बख्श दे, अगे तो नहीं। इसलिए पातशाह की वचन करते हैं, जन नानक को हर दरस दिखाया। सतगुरु अर्जन देव पातशाह वचन करते कहने दास नूं गोले नूं सेवक नूं परमेश्वर ने फिर दर्शन दिता है। आत्म चीन परम सुख पाया। कहते कृपा हो गई, सतगुरां ने तुठ के मेहरबान होकर अज दर्शन दिते ने। आत्म चीन अंदरों चीनिया पर अपने नूं परखिया है, तू की करदा है, की करना सी, की कर रहा है। इसलिए पातशाह कहते ने, जन नानक को हर दरस दिखाया। आत्म चीन परम सुख पाया। परमानंद दर्शन करके ते अज पातशाह वचन करते ने, हूँ टुटेंदी दर्शन कारण बीथी बीथी पेखा। गुर मिल भरम गवाया। सतगुरां दा मिलाप हो गया है, सतपुरुषां दा, सच्चे गुरां दा। गुरां ने भरम शंका मिटा दिता, बेकारां तो बंधना तो मुक्त कर दिता है। इस नूं पातशाह कहंदे ने, भूले मार्ग जिन बताया ऐसा गुर बड़ भागी पाया। सिमर मना राम नाम चितारे वस रह हृदय गुर चरण प्यारे। काम क्रोध लोभ मोह मन लीना। ऐसे गुरु जिन्हां ने जिहड़ा मन बेकारां दे अंदर लीन होया सी। बंधन काट मुक्त गुर कीना। बंधन कट के मुक्त कर दिता है। अगन सागर बूढ़त संसारा। सारा संसार ही तृष्णा दी मूह दी लालच दी अग विच सड़दा जा रहा है। बाह पकड़ सतगुर निस्तारा। जिहड़े सतगुर नूं सत्संग अपना समर्पित हो जाते ने, सतगुर दा पल्ला फड़ लैंदे ने, ते सतगुरां नूं बुद्धि रूपी ज्ञान रूपी बाह तो फड़ के कढ़ लैंदे ने। अगन सागर बूढ़त संसारा नानक बाह पकड़ सतगुर निस्तारा। ते अज पातशाह वचन करते ने, हूँ टुटेंदी दर्शन कारण बीथी बीथी पेखा। बड़े ढंग तरीके गली गली कूचे कूचे फिरदे सन, पर सतगुर ने किरपा की दर्शन दिते ने। बीथी बीथी पेखा गुर मिल। गुरुआं दा मिलाप हो गया, सतगुरां दा मिलाप हो गया। भरम गवाया ही शांकी भरम बेकार बंधन कढ़ दिते ने।
ਗੁਰ ਮਿਲ ਭਰਮ ਗਵਾਇਆ ਹੀ। ਕੀ ਭਰਮ ਗਵਾਇਆ ਏ? ਕਿ ਘਟ ਘਟ ਮੈਂ ਹਰ ਜੂ ਵਸੇ। ਜਿਸ ਪਰਮੇਸ਼ਰ ਨੂੰ ਬਾਹਰ ਲੱਭਦਾ ਉਹ ਤਾਂ ਅੰਦਰ ਹੀ ਵਸਦਾ ਹੀ। ਕਹਿ ਰਵਿਦਾਸ ਹਾਥ ਪੈ ਨੇੜੇ, ਉਹ ਤੇ ਹੱਥਾਂ ਤੋਂ ਵੀ ਨੇੜੇ ਹੈ। ਕਿਉਂਕਿ ਫਰੀਦਾ ਜੰਗਲ ਜੰਗਲ ਕਿਆ ਪਵੈ, ਬਣ ਕੰਡਾ ਮੂਣੈ। ਵਸੀ ਰੱਬ ਹਿਆਲੀਐ, ਬਾਹਰ ਕਿਆ ਢੂੰਡੈ। ਦੱਸ ਦਿੱਤਾ ਸਤਿਗੁਰਾਂ ਨੇ, ਜਿਹਨੂੰ ਰੱਬ ਬਾਹਰ ਲੱਭਦੇ ਉਹ ਤਾਂ ਅੰਦਰ ਹੀ ਬੈਠਾ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ, ਹੁਣ ਟੁੱਟੀਂਦੀ ਦਰਸ਼ਨ ਕਾਰਨ ਬੀਤੀ ਬੀਤੀ ਪੀਖਾ। ਗੁਰ ਮਿਲ ਭਰਮ ਗਵਾਇਆ ਹੀ। ਜਿਹੜਾ ਭਰਮ ਸੀ, ਸ਼ੰਕਾ ਸੀ, ਬੇਕਾਰ ਸੀ, ਬੰਧਨ ਸੀ, ਕੱਢ ਦਿੱਤੇ ਨੇ। ਇਹ ਬੁੱਧ ਪਾਏ ਮੈਂ ਸਾਧੂ ਕੰਨੋਂ। ਇਹ ਗਿਆਨ, ਇਹ ਸਮਝ ਸਤਿਗੁਰਾਂ ਤੋਂ ਮਿਲੀ, ਸਤਿਗੁਰਾਂ ਤੋਂ ਪ੍ਰਾਪਤ ਹੋਈ। ਇਹ ਬੁੱਧ ਪਾਈ ਮੈਂ ਸਾਧੂ ਕੰਨੋਂ, ਲੇਖ ਲਿਖੇ ਉਤਰ ਮਾਥੈ। ਅਕਾਲ ਪੁਰਖ ਪਰਮ ਪਿਤਾ ਨੇ ਧੁਰ ਤੋਂ ਪਰਾਲਬਧ ਲਿਖੀਏ, ਲੇਖ ਲਿਖੇ ਨੇ ਸ਼ੁਭ। ਇਸ ਲਈ ਆਤਮ ਚੀਨ ਪਰਮ ਸੁਖ ਪਾਇਆ, ਅੰਦਰ ਨੂੰ ਚੀਨਿਆ ਏ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ, ਇਹ ਬੁੱਧ ਪਾਏ ਮੈਂ ਸਾਧੂ ਕੰਨੋਂ, ਲੇਖ ਲਿਖੀ ਉਤਰ ਮਾਥੈ। ਇਹ ਬਿਦ ਨਾਨਕ ਹਰ ਨੈਣ ਆਲੂ। ਇਸ ਵਿਧੀ ਨਾਲ, ਇਸ ਤਰੀਕੇ ਨਾਲ, ਇਸ ਮਰਜ਼ਾਦਾ ਨਾਲ, ਇਸ ਢੰਗ ਨਾਲ ਨਾਨਕ ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਨੇ, ਦਾਸ ਨੇ। ਇਹ ਬਿਦ ਨਾਨਕ ਹਰ ਨੈਣ ਅਲੋਏ। ਹਰੀ ਪਰਮੇਸ਼ਰ ਦੇ ਇਹਨਾਂ ਨੈਣਾਂ ਨਾਲ ਦਰਸ਼ਨ ਕੀਤੇ ਨੇ। ਗੱਡ ਕੇ ਆਖੂ ਸਤਨਾਮ ਸ੍ਰੀ। ਇਸ ਲਈ ਪਾਤਸ਼ਾਹ ਦੇ ਬਚਨ ਨੇ, ਦਰਸ ਪਿਆਸੀ ਦਿਨ ਸਰਾਤ, ਅੱਠੇ ਪੈਰ ਪਿਆਸ ਸੀ ਤੜਪ ਸੀ। ਦਰਸ ਪਿਆਸੀ ਦਿਨ ਸਰਾਤ, ਚਿਤਵੋਂ ਆਣ ਦਿਨ ਨੀਤ। ਦਿਨ ਰਾਤ ਅੱਠੇ ਪੈਰ ਯਾਦ ਕਰਦੀ ਸਾਂ, ਚਿਤਵਦੀ ਸਾਂ, ਧਿਆਉਂਦੀ ਸਾਂ। ਖੋਲ ਕਪਟ ਗੁਰ ਮੇਲੀਆਂ, ਨਾਨਕ ਹਰ ਸੰਗ ਮੀਤ। ਗੁਰਾਂ ਨੇ ਕਵਾੜ ਖੋਲ ਦਿੱਤੇ ਨੇ ਤੇ ਮਿਲਾ ਦਿੱਤਾ ਇਹ ਪਰਮੇਸ਼ਰ ਨੇ। ਇਸ ਲਈ ਧਨ ਸੁਵੇਲਾ ਘੜੀ, ਧਨ ਧਨ ਮੂਰਤ ਪਲਸਾਰ। ਧਨ ਸੋ ਦਿਨ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਇਸੇ ਲਈ ਸਾਹਿਬ ਕਹਿੰਦੇ ਨੇ, ਗੁਰ ਬਿਨ ਕੂਰ ਅੰਧਾਰ, ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸੱਚ ਸਪਨ ਅਘਨ ਕਟੈ ਸਭ ਤੇਰੇ। ਗੁਰ ਨੈਣ ਵੈਣ ਗੁਰੂ ਦੇ ਅੱਗੇ ਹੱਥ ਸੰਸਾਰ ਮੈਂ। ਜਿਨ੍ਹਾਂ ਨੇ ਗੁਰੂ ਦੀ ਦੀਦਾਰ ਨਹੀਂ ਕੀਤੀ, ਗੁਰੂ ਚਰਨਾਂ ਵਿੱਚ ਥਾਂ ਨਹੀਂ ਮਿਲੀ, ਪਾਤਸ਼ਾਹ ਕਹਿੰਦੇ ਉਹ ਤਾਂ ਦੁਨੀਆ ਤੇ ਆਉਣਾ ਵਿਅਰਥ ਹੈ। ਇਸ ਲਈ ਗੁਰੂ ਮੁਖ ਦੇ ਗੁਰੂ ਸੁਖ ਪਾਇਓ। ਗੁਰੂ ਦਾ ਦੀਦਾਰ ਹੋ ਗਿਆ ਏ, ਵੱਡਾ ਸੁੱਖ, ਵੱਡੀ ਸਫਲਤਾ, ਵੱਡਾ ਆਨੰਦ, ਵੱਡੀ ਖੁਸ਼ੀ, ਜੀਵਨ ਸਫਲ। ਗੁਰੂ ਮੁਖ ਦੇ ਗੁਰੂ ਸੁਖ ਪਾਇਓ। ਹੋਤੀ ਜੂ ਪਿਆਸ ਪਿਊਸ ਪਿਵੰਨ ਕੇ। ਹੁੰਦੀ ਏ ਪਿਆਸ ਸਭਨਾਂ ਦੇ ਹਿਰਦੇ ਦੇ ਅੰਦਰ, ਪਰ ਸਭਨਾਂ ਨੂੰ ਦੀਦਾਰ ਨਹੀਂ ਹੁੰਦੇ, ਸਭਨਾਂ ਨੂੰ ਅੰਮ੍ਰਿਤ ਰਸ ਪ੍ਰਾਪਤ ਨਹੀਂ ਹੁੰਦਾ। ਹੁਤੀ ਜੂ ਪਿਆਸ ਪਿਊਸ ਪਿਵੰਨ ਕੀ, ਬੰਛਤ ਸਿੱਧ ਕੂ ਬਿੱਧ ਮਿਲਾਇਓ। ਜਿਸ ਅੰਮ੍ਰਿਤ ਰਸ ਤੋਂ ਸਾਰਾ ਸੰਸਾਰ ਵਾਂਢਾ ਹੈ, ਜਿਸ ਦੀ ਪ੍ਰਾਪਤੀ ਸਤਿਗੁਰ ਦੇ ਚਰਨਾਂ ਵਿੱਚ ਹੁੰਦੀ, ਪਾਤਸ਼ਾਹ ਕਹਿੰਦੇ ਫਿਰ ਐਸੀ ਪਰਮੇਸ਼ਰ ਕਿਰਪਾ ਕਰ ਦਿੰਦਾ ਏ, ਐਸੀ ਵਿਧੀ ਮਿਲ ਜਾਂਦੀ ਏ ਕਿ ਮਲਾਪ ਹੋ ਜਾਂਦਾ ਸਤਿਗੁਰਾਂ। ਬੰਛਤ ਸਿੱਧ ਕੋ ਬਿੱਧ ਮਿਲਾਇਓ, ਪੂਰਨ ਭਉ ਮਨ ਠੌਰ ਵਸੇ। ਇਹ ਤਨ ਰੂਪੀ ਧਰਤੀ ਨੂੰ ਸਤਿਗੁਰ ਦੇ ਚਰਨਾਂ ਵਿੱਚ ਥਾਂ ਮਿਲ ਜਾਂਦਾ ਹੈ। ਪੂਰਨ ਭਉ ਮਨ ਠੌਰ ਵਸੀ, ਰਸ ਵਾਸਨ ਸਿਉ ਜੂ ਦਹਿੰਦ ਸਤਾਇਓ। ਇਹ ਮਨ, ਇਹ ਸਰੀਰ ਜਿਹੜਾ ਪੰਡਾਂ ਤੱਤਾਂ ਦਾ ਮਨ ਮਗਰ ਲੱਗ ਕੇ ਦੌੜਾ ਹੀ ਫਿਰਦਾ ਸੀ, ਸਤਿਗੁਰ ਦੇ ਚਰਨਾਂ ਵਿੱਚ ਪੂਰਨ ਭਉ ਮਨ ਠੌਰ ਵਸੀ। ਮਨ ਟਿਕਾਓ ਵਿੱਚ ਆ ਜਾਂਦਾ ਹੈ, ਸਥਿਤੀ ਵਿੱਚ ਆ ਜਾਂਦਾ ਹੈ। ਪੂਰਨ ਭਉ ਮਨ ਠੌਰ ਵਸੀ, ਰਸ ਵਾਸਨ ਸਿਉ ਜੂ ਦਹਿੰਦ ਸਤਾਇਓ। ਜਿਹੜਾ ਮਨ ਰਸਾਂ ਕਸਾਂ ਵਿੱਚ ਦਸਾਂ ਦਿਸ਼ਾਵਾਂ ਨੂੰ ਭੱਜਾ ਹੀ ਫਿਰਦਾ ਸੀ, ਗੁਰੂ ਦੀ ਕਿਰਪਾ ਨਾਲ ਟਿਕਿਆ। ਦਹਿੰਦ ਗੁਰੂ ਮੁਖ ਦੇ ਗੁਰੂ ਸੁਖ ਪਾਇਓ। ਹੁਤੀ ਜੂ ਪਿਆਸ ਪਿਊਸ ਪਿਵੰਨ ਕੀ, ਬੰਛਤ ਸਿੱਧ ਕੂ ਬਿੱਧ ਮਿਲਾਇਓ। ਪੂਰਨ ਭਉ ਮਨ ਠੌਰ ਵਸੀ, ਰਸ ਵਾਸਨ ਸਿਉ ਜੂ ਦਹਿੰਦ ਸਤਾਇਓ। ਗੋਇੰਦਵਾਲ ਗੋਵਿੰਦਪੁਰੀ, ਗੋਇੰਦਵਾਲ ਗੋਵਿੰਦਪੁਰੀ ਪਰਮੇਸ਼ਰ ਦਾ ਵਾਸ, ਪਰਮੇਸ਼ਰ ਦੀ ਪੁਰੀ। ਬੰਛਤ ਗੋਇੰਦਵਾਲ ਗੋਵਿੰਦਪੁਰੀ, ਸਮ ਜਲਨ ਤੀਰ ਵਿਪਾਸ ਬਣਾਇਓ। ਫਿਰ ਉਹੀ ਮਨ ਜਿਹੜਾ ਹੈ ਉਲਟ ਦਿਸ਼ਾ ਵਿੱਚ, ਜਿਹਨੂੰ ਪਾਤਸ਼ਾਹ ਕਹਿੰਦੇ ਨੇ
ਪੁੱਠੀ ਬਾਤ ਤੇ ਸਿੱਧੀ ਹੋ ਜਾਵੇ, ਜੀ ਕਿਰਪਾ ਹੋ ਡੈ ਸਤਿਗੁਰਾਂ ਦੀ। ਅਪੁਸ਼ਟ ਬਾਤ ਤੇ ਪਈ ਸਿਦਰੇ, ਅਪੁਸ਼ਟ ਬਾਤ ਤੇ ਪਈ ਸਿਦਰੇ, ਜੋ ਕਿਰਪਾ ਗੋਬਿੰਦ ਪਈ। ਪੁੱਠੀ ਬਾਤ ਤੇ ਸਿੱਧੀ ਹੋ ਜਾਵੇ, ਜੇ ਕਿਰਪਾ ਹੋ ਡੈ ਸਤਿਗੁਰ ਦੀ, ਜੇ ਕਿਰਪਾ ਹੋ ਡੈ ਸਤਿਗੁਰਾਂ ਦੀ। ਸੋ ਸਾਧ ਸੰਗਤ ਜੀ, ਸਤਿਗੁਰੂ ਕਿਰਪਾ ਕਰਦੇ ਨੇ, ਕਿਉਂਕਿ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਧਰ ਹੈ। ਨਾਨਕ ਹਰ ਗੁਣ ਗਾਓ, ਉਹਦੇ ਗੁਣ ਗਾਇਆ ਕਰੀਏ। ਤੇ ਸਾਧ ਸੰਗਤ ਜੀ, ਗੁਣ ਗਾਵੋ ਤੇਰੀ ਉਤਰ ਸਮੈਲ। ਗੁਣ ਗਾ ਕਰਕੇ ਸਾਧ ਸੰਗਤ ਜੀ, ਭਰੀਏ ਮਤ ਪਾਪਾਂ ਕਾ ਸੰਗ, ਉਹ ਧੂਪੈ ਨਾ ਮੈਂ ਕਹਿ ਰੰਗ। ਤੇ ਸਤਿਗੁਰੂ ਕਿਰਪਾ ਕਰਨ, ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕਰਕੇ ਆਪਾਂ ਅੱਡ ਦੁੱਖਾਂ ਕਲੇਸ਼ਾਂ ਤੋਂ ਨਾਸ਼, ਵਿਕਾਰਾਂ ਤੋਂ ਮੁਕਤੀ ਪਾਉਣ ਲਈ ਸਤਿਗੁਰੂ ਦੇ ਸ਼ਰਨ ਲੈ ਲਈਏ ਤੇ ਸ਼ਬਦ ਦੀ ਲੜ ਲੱਗ ਜਾਈਏ। ਸਤਿਗੁਰਾਂ ਦਾ ਸ਼ਬਦ ਗਿਆਨ ਹਿਰਦੇ ਵਿੱਚ ਵਸਾ ਲਈਏ। ਤੇ ਸਾਧ ਸੰਗਤ ਜੀ, ਕਰਦੇ ਹਾਂ ਅਰਦਾਸ। ਦੁਖੀਆ ਦਰਦ ਵੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਦੀਵੋਂ, ਚਿਰ ਪਇਓ ਦਰਸ਼ਨ ਦੇਖੇ। ਸੋ ਹੋਈਆਂ ਭੁੱਲਾਂ ਦੀ ਖਿਮਾ। ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ।